ਟਾਈਮਸ ਆਫ ਏਸ਼ੀਆ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਦੀਪਕ ਸੋਂਦੀ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਅਤੇ ਆਦਾਬ। ਅੱਜ ਦੇ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਇੱਕ ਸਪੈਸ਼ਲ ਗੈਸਟ ਸ਼ਾਮਿਲ ਹੋਏ ਨੇ ਸਰਦਾਰ ਜਸਜੀਤ ਸਿੰਘ ਬਾਵਾ ਜੀ, ਜੋ ਕਿ ਕੈਨੇਡਾ ਦੀ ਬਹੁਤ ਹੀ ਜਾਣੀ ਮਾਣੀ ਕੰਪਨੀ ਪੰਜਾਬ ਇੰਸ਼ੋਰੈਂਸ ਦੇ ਐਡਮਿੰਟਨ ਤੋਂ ਸੀਨੀਅਰ ਮੈਨੇਜਰ ਨੇ, ਜੋ ਕਿ ਸਾਰੀਆਂ ਹੀ ਕਮਿਊਨਿਟੀਜ਼ ਨੂੰ ਆਪਣੀਆਂ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਪਿਛਲੇ 14 ਸਾਲ ਤੋਂ। आओ गलबात करते हैं जसजीत बाबा जी होना। बाबा जी तुहाडा बहुत बहुत स्वागत है जी। दीपक जी सत श्री अकाल, नमस्कार, आदाब सारे ही श्रोतियों ਨੂੰ ਜਿਹੜੇ ਇਸ ਵੇਲੇ टाइम्स ऑफ एशिया देख रहे हैं और सुन रहे हैं। बाबा जी गल करांगे कि अज दा जो दौर चल रहा है कोविड-19 ਦਾ इंश्योरेंस इंडस्ट्री ਤੇ ਕੀ ਪ੍ਰਭਾਵ ਪਿਆ ਹੈ ਔਰ ਤੁਹਾਡਾ ਜੋ ਕਲਾਇੰਟ ਬੇਸ ਹੈ ਉਹਨਾਂ ਨੂੰ ਇਸ ਕੋਵਿਡ-19 ਦਾ ਕਰਕੇ ਕੀ ਪ੍ਰਭਾਵ ਪਿਆ ਹੈ? दीपक जी बहुत वधिया गल कर रहे हैं तुसीं, क्योंकि कोविड-19 ने दुनिया ਨੂੰ ही हिला के रख दिता है। बिल्कुल जी। कोई एक इंश्योरेंस का किता नहीं, मेरा ख्याल है कोई किता ऐसा नहीं जिहड़ा इस तो प्रभावित ना होया होवे। पर मैं समझदा कि कोविड ने सानू बहुत कुछ सिखाया भी है, अजे असीं होर भी सीख रहे हैं। बिल्कुल जी। मसला ये है कि भी कोविड ने सब तो जरूरी चीज़ जिहड़ी सिखाई है वो है कि जिंदगी दे मायने। ਅਸੀਂ ਸ਼ਾਇਦ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਨ ਜਾ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ। ਬਿਲਕੁਲ ਜੀ। ਅਸੀਂ ਜ਼ਿਆਦਾਤਰ ਸਾਡੇ ਲੋਕ ਜਿਹੜੇ ਨੇ ਉਹ ਸਿਰਫ ਇੱਕ ਰੋਜ਼ਮਰਾ ਦੀ ਜ਼ਿੰਦਗੀ ਨੂੰ ਹੀ ਜ਼ਿੰਦਗੀ ਸਮਝ ਰਹੇ ਸੀ ਕਿ ਆਪਾਂ ਸਵੇਰੇ ਕੰਮ ਤੇ ਚਲੇ ਗਏ, ਸ਼ਾਮ ਨੂੰ ਘਰ ਆ ਕੇ ਦੋ ਜ਼ਿੰਦਗੀ ਪੂਰੀ ਹੋ ਗਈ। ਬਿਲਕੁਲ ਜੀ। ਨਹੀਂ, ਅਸਲ ਦੇ ਵਿੱਚ ਇਹ ਹੈ ਕਿ ਵੀ ਆਪਣਾ ਜ਼ਿੰਦਗੀ ਨੂੰ ਇਸ ਗੱਲੋਂ ਭੁੱਲੇ ਜਾ ਰਹੇ ਸੀ ਕਿ ਜ਼ਿੰਦਗੀ ਆਪਾਂ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਉਂਦੇ ਆ ਉਹਦਾ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਬਿਲਕੁਲ ਜੀ ਇੱਕ ਬੜਾ ਮਹੱਤਵ ਹੈ ਕਿ ਵੀ ਅਸੀਂ ਕਿਉਂ ਕਰ ਰਹੇ ਹਾਂ। ਬਿਲਕੁਲ। ਜਨਰਲੀ ਅਸੀਂ ਆਪਾਂ ਇਹ ਸਵੇਰ ਤੋਂ ਸ਼ਾਮ ਦਾ ਸਫ਼ਰ ਕਰਦੇ ਆ, ਅਸੀਂ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਕਰਦੇ ਆ। ਬਿਲਕੁਲ ਜੀ। ਪਰ ਜੇਕਰ ਅਸੀਂ ਪਰਿਵਾਰ ਦਾ ਫਿਊਚਰ ਹੀ ਨਾ ਸੋਚਿਆ ਜਾਂ ਅਸੀਂ ਉਹਨਾਂ ਦਾ ਫਿਊਚਰ ਨੂੰ ਪਲਾਨ ਨਾ ਕੀਤਾ ਤੇ ਮੈਨੂੰ ਇਹ ਦੱਸੋ ਕਿ ਸਵੇਰ ਤੋਂ ਸ਼ਾਮ ਤੱਕ ਆਪਣੀ ਭੱਜ ਦੌੜ ਦਾ ਕੀ ਫਾਇਦਾ। ਸੋ ਇਸ ਕਰਕੇ ਕੋਵਿਡ-19 ਨੇ ਜ਼ਿੰਦਗੀ ਔਰ ਮੌਤ ਨੂੰ ਇੱਕ ਇੰਨੇ ਨੇੜਿਓਂ ਸਾਰਿਆਂ ਨੂੰ ਦਿਖਾਤਾ ਕਿ ਹੁਣ ਜਿਹੜੀ ਅਸੀਂ ਅਵੇਅਰਨੈਸ ਅੱਜ ਤੋਂ ਪਿਛਲੇ 5-7-10 ਸਾਲ ਤੋਂ ਦੇ ਰਹੇ ਸੀ, ਹੁਣ ਲੋਕ ਸਾਨੂੰ ਪੁੱਛਦੇ ਨੇ, ਲੋਕ ਸਾਨੂੰ ਕਾਲ ਕਰਦੇ ਨੇ ਕਿ ਭਾਈ ਸਾਨੂੰ ਇੰਸ਼ੋਰੈਂਸ ਚਾਹੀਦੀ ਹੈ। ਹੁਣ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਹੁਣ ਅਵੇਅਰਨੈਸ ਇੰਨੀ ਕੁ ਹੋ ਚੁੱਕੀ ਆ, ਹਰ ਇਨਸਾਨ ਨੂੰ ਪਤਾ ਕਿ ਅਗਰ ਮੈਂ ਅੱਜ ਜ਼ਿੰਦਗੀ ਦੇ ਵਿੱਚ ਨਾ ਰਵਾਂ ਤੇ ਪਿੱਛੇ ਮੇਰੇ ਪਰਿਵਾਰ ਦਾ ਕੀ ਬਣੇਗਾ, ਲਾਇਬਿਲਿਟੀਜ਼ ਦਾ ਮੇਰਾ ਕੀ ਬਣੇਗਾ ਜਿਹੜੀਆਂ ਮੈਂ ਸਿਰ ਤੇ ਚੁੱਕੀ ਬੈਠਾ। ਬਿਲਕੁਲ ਜੀ। ਕੈਨੇਡਾ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਘਰ ਦੀ ਲਾਇਬਿਲਿਟੀ ਸਭ ਤੋਂ ਵੱਡੀ ਲਾਇਬਿਲਿਟੀ ਆ। 25-30 ਸਾਲ ਦੇ ਵਾਸਤੇ ਅਸੀਂ ਮੌਰਗੇਜ ਦੇ ਨਾਲ ਵੱਧ ਜਾਂਦੇ ਆ। ਬਿਲਕੁਲ ਜੀ। ਗੱਡੀਆਂ ਸਾਡੀਆਂ ਫਾਈਨਾਂਸ ਹੁੰਦੀਆਂ ਨੇ, ਲਾਈਨ ਆਫ ਕ੍ਰੈਡਿਟਸ ਨੇ, ਬੜੇ ਖਰਚੇ ਹੁੰਦੇ ਨੇ ਹੋਰ ਵੀ। ਬਿਲਕੁਲ ਜੀ। ਸਾਡੀ ਜ਼ਿੰਦਗੀ ਜ਼ਰੂਰ ਸੁਖਾਵੀਂ ਬਣਾ ਦਿੰਦੇ ਨੇ, ਪਰ ਕਰਜ਼ੇ ਦੀ ਪੰਡ ਜਿਹੜੀ ਅਸੀਂ ਸਿਰ ਤੇ ਚੁੱਕ ਕੇ ਇਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਰੋਜ਼ ਚੱਲਦੇ ਹਾਂ। ਹੁਣ ਸਵਾਲ ਇਹ ਹੈ ਕਿ ਵੀ ਅੱਜ ਅਸੀਂ ਜਿਹੜਾ ਕਰਜ਼ਾ ਚੁੱਕੀ ਬੈਠੇ ਆ, ਸਾਡੇ ਜਾਣ ਤੋਂ ਬਾਅਦ ਇਹ ਕਰਜ਼ਾ ਤਾਂ ਮੁੱਕ ਨਹੀਂ ਜਾਣਾ। ਇਹ ਸਾਡੇ ਇਹੀ ਪੰਡ ਜਿਹੜੀ ਹੈ ਮੁੜ ਕੇ ਬੱਚਿਆਂ ਦੇ ਸਿਰ ਤੇ ਆ ਜਾਣੀ ਹੈ। ਬਿਲਕੁਲ ਜੀ। ਅਗਰ ਅਸੀਂ ਅੱਜ ਇਸ ਚੀਜ਼ ਨੂੰ ਨਾ ਸੋਚਿਆ ਕਿ ਵੀ ਅਸੀਂ ਇਸ ਦਾ ਕੀ ਕਰਕੇ ਜਾ ਰਹੇ ਹਾਂ ਤਾਂ ਸਾਡੇ ਦਿਨ ਰਾਤ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਅਗਰ ਆਪਾਂ ਬੱਚਿਆਂ ਨੂੰ ਇੱਕ ਸੁਖਾਵੀਂ ਜ਼ਿੰਦਗੀ ਨਹੀਂ ਦੇ ਸਕਦੇ ਆਪਣੇ ਜਾਣ ਤੋਂ ਬਾਅਦ। ਪੰਜਾਬ ਇੰਸ਼ੋਰੈਂਸ ਇੱਕ ਬਹੁਤ ਵੱਡਾ ਨਾਮ ਬਣ ਚੁੱਕਿਆ ਹੈ ਜੀ ਕੈਨੇਡਾ ਦੇ ਵਿੱਚ। ਤੁਸੀਂ ਪਿਛਲੇ ਕਾਫੀ ਲੰਬੇ ਅਰਸੇ ਤੋਂ ਪੰਜਾਬ ਇੰਸ਼ੋਰੈਂਸ ਇੰਕ ਦੇ ਨਾਲ ਤੁਸੀਂ ਜੁੜੇ ਹੋਏ ਹੋ, ਐਡਮਿੰਟਨ ਦੇ ਵਿੱਚ ਆਪਣੀਆਂ ਜਿਹੜੀਆਂ ਸਰਵਿਸਿਜ਼ ਦੇ ਰਹੇ ਹੋ। ਸਰ ਇਹ ਕਦੋਂ ਕੰਪਨੀ ਸ਼ੁਰੂ ਹੋਈ ਤੇ ਕਿਹੜੀਆਂ ਸੇਵਾਵਾਂ ਤੁਸੀਂ ਕਮਿਊਨਿਟੀ ਨੂੰ ਪ੍ਰਦਾਨ ਕਰ ਰਹੇ ਹੋ? ਦੀਪਕ ਜੀ ਪਿਛਲੇ 14 ਸਾਲ ਤੋਂ ਪੰਜਾਬ ਇੰਸ਼ੋਰੈਂਸ ਨੇ ਕੈਨੇਡਾ ਨੂੰ ਸਰਵਿਸਿਜ਼ ਪ੍ਰਦਾਨ ਕੀਤੀਆਂ ਨੇ। ਬਿਲਕੁਲ ਜੀ। ਇੰਸ਼ੋਰੈਂਸ ਦੀ ਹਰ ਪ੍ਰੋਡਕਟ ਨੂੰ ਅਸੀਂ ਸੇਲ ਕਰਦੇ ਹਾਂ। ਬਿਲਕੁਲ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਬੱਚਿਆਂ ਦੇ ਐਜੂਕੇਸ਼ਨ ਪਲਾਨ, RESP, RRSP ਜਿਹੜੇ ਆਪਣੀ ਇੱਕ ਸੇਵਿੰਗਸ ਦੇ ਵਿੱਚ ਆਪਾਂ ਜਾਂਦੇ ਹਾਂ ਜਾਂ ਆਪਾਂ ਇਨਵੈਸਟਮੈਂਟਸ ਦੇ ਵਿੱਚ ਜਾਂਦੇ ਹਾਂ, ਇਹ ਸਾਰੀਆਂ ਸੇਵਾਵਾਂ ਜਿਹੜੀਆਂ ਪੰਜਾਬ ਇੰਸ਼ੋਰੈਂਸ ਪਿਛਲੇ 14 ਸਾਲ ਤੋਂ ਦੇ ਰਹੀ ਹੈ। ਔਰ ਇਹਦੇ ਨਾਲ ਮੈਂ ਇੱਕ ਇਹ ਵੀ ਗੱਲ ਜੋੜਨੀ ਚਾਹਾਂਗਾ ਕਿ ਪੰਜਾਬ ਇੰਸ਼ੋਰੈਂਸ ਨੇ ਇਕੱਲੇ ਕੈਨੇਡਾ ਵਿੱਚ ਨਹੀਂ, ਬਿਲਕੁਲ ਜੀ, ਹੁਣ ਰਾਦਰ ਇਹਨਾਂ ਨੇ ਅਮਰੀਕਾ ਨੂੰ ਵੀ ਟੱਚ ਕਰਨਾ ਸ਼ੁਰੂ ਕਰ ਦਿੱਤਾ ਸੀ ਕੋਵਿਡ ਤੋਂ ਪਹਿਲਾਂ। ਬਿਲਕੁਲ। ਤੇ ਅਜੇ ਕੁਛ ਇੱਕ ਆਫਿਸ ਸਾਡੇ ਅਮਰੀਕਾ ਦੇ ਵਿੱਚ ਵੀ ਖੁੱਲ੍ਹ ਚੁੱਕੇ ਨੇ। ਸੋ ਵੇਟ ਕਰ ਰਹੇ ਹਾਂ ਕਿ ਵੀ ਕੋਵਿਡ ਤੋਂ ਥੋੜ੍ਹੀ ਜਿਹੀ ਅਗਰ ਇਹ ਮਾਰ ਘਟੇਗੀ ਤਾਂ ਹੋਰ ਵੀ ਪੰਜਾਬ ਇੰਸ਼ੋਰੈਂਸ ਅੱਗੇ ਵਧੇਗੀ। ਸੋ ਇੱਕ ਵੱਡਾ ਅਦਾਰਾ ਬਣ ਚੁੱਕਿਆ ਹੈ ਬਾਬਾ ਜੀ। ਤੁਹਾਡਾ ਜਿਹੜਾ ਕਲਾਇੰਟ ਬੇਸ ਹੈ, ਤੁਹਾਡੇ ਕਸਟਮਰਸ ਨੇ ਜਿਹੜੇ ਪੰਜਾਬ ਇੰਸ਼ੋਰੈਂਸ ਨਾਲ ਜੁੜੇ ਹੋਏ ਨੇ, ਚਾਹੇ ਉਹ ਐਡਮਿੰਟਨ ਤੋਂ ਨੇ ਜਾਂ ਐਡਮਿੰਟਨ ਤੋਂ ਬਾਹਰ ਨੇ, ਜਿਹੜੇ ਤੁਹਾਡੇ ਡਾਇਰੈਕਟ ਲਿੰਕ 'ਚ ਨੇ, ਉਹਨਾਂ ਦਾ ਸੈਟਿਸਫੈਕਸ਼ਨ ਜਿਹੜਾ ਰੇਟ ਹੈ ਉਹ ਕੀ ਹੈ ਇਸ ਕੰਪਨੀ ਦੇ ਨਾਲ?
ਬਹੁਤ ਵਧੀਆ ਸਵਾਲ ਕੀਤਾ ਜੀ, ਪਰ ਇਹ ਅਸਲ 'ਚ ਤਾਂ ਇਹਦਾ ਜਵਾਬ ਜਿਹੜਾ ਇਹ ਕਲਾਇੰਟ ਹੀ ਦੇ ਸਕਦਾ। ਪਰ ਇਹਦੇ 'ਚ ਮੈਂ ਤੁਹਾਨੂੰ ਇਹਦੇ ਇੱਕ ਜਵਾਬ ਦੇ ਵਿੱਚ ਇਹੀ ਕਹਾਂਗਾ ਕਿ ਸਾਨੂੰ ਉਦੋਂ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਨੂੰ ਲੋਕ ਕਾਲ ਕਰਦੇ ਨੇ ਕਿ ਜੀ ਅਸੀਂ ਸਾਨੂੰ ਇੰਸ਼ੋਰੈਂਸ ਚਾਹੀਦੀ ਹੈ। ਬਿਲਕੁਲ। ਜਦ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਦਿੰਦਾ ਕਿ ਬਹੁਤ ਸਾਰੇ ਐਡਵਾਈਜ਼ਰ ਜਿਹੜੇ ਨੇ ਜਾਂ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਨੇ ਜਿਨ੍ਹਾਂ ਨੂੰ ਕਲਾਇੰਟ ਤੱਕ ਅਪਰੋਚ ਕਰਨਾ ਪੈਂਦਾ। ਬਿਲਕੁਲ। ਵੀ ਸਾਨੂੰ ਉਹਨਾਂ ਨੂੰ ਕਲਾਇੰਟ ਦੀ ਲੋੜ ਹੈ। ਪਰ ਅੱਜ ਪੰਜਾਬ ਇੰਸ਼ੋਰੈਂਸ ਨੇ ਇੰਨਾ ਕੁ ਨਾਮ ਬਣਾਤਾ ਆਪਣਾ, ਇਹ ਨਾਮ ਜਿਹੜਾ ਬਣਿਆ ਇਹ ਉਸ ਤਰ੍ਹਾਂ ਨਹੀਂ ਬਣਿਆ। ਬਿਲਕੁਲ ਜੀ। ਇਹ ਇੱਕ ਸੇਵਾਵਾਂ ਨਿਭਾਉਣ ਦੇ ਬਾਅਦ ਬਣਿਆ। ਬਿਲਕੁਲ ਜੀ। ਪੰਜਾਬ ਇੰਸ਼ੋਰੈਂਸ ਨੇ ਕਲਾਇੰਟ ਨੂੰ ਇੰਨੀ ਕੁ ਸੈਟਿਸਫੈਕਟਰੀ ਸਰਵਿਸ ਦਿੱਤੀ ਆ ਕਿ ਅੱਜ ਕਲਾਇੰਟ ਨੂੰ ਸੋਚਣਾ ਨਹੀਂ ਪੈਂਦਾ ਕਿ ਅਗਰ ਪੰਜਾਬ ਇੰਸ਼ੋਰੈਂਸ ਨੂੰ ਕਾਲ ਕਰਦਾ ਤਾਂ ਉਹ ਪੁੱਛਦਾ ਨਹੀਂ ਕਿ ਤੁਸੀਂ ਕੌਣ ਹੋ, ਸ਼ੌਪ ਅਰਾਊਂਡ ਨਹੀਂ ਕਰਦਾ ਜੀ। ਔਰ ਉਸ ਤੋਂ ਇਲਾਵਾ ਕਲਾਇੰਟ ਇੰਨੇ ਕੌਨਫੀਡੈਂਟਲੀ ਸਾਡੇ ਨਾਲ ਗੱਲ ਕਰਦਾ ਔਰ ਉਹਨੂੰ ਉਹਦੀ ਸੈਟਿਸਫੈਕਸ਼ਨ ਨਜ਼ਰ ਆਉਂਦੀ ਹੁੰਦੀ ਹੈ ਕਿ ਭਾਜੀ ਮੈਨੂੰ ਅੱਜ, ਜਾਂ ਮੈਨੂੰ ਅਗਰ ਅਕਸਰ ਕਾਲ ਆਉਂਦੀ ਹੈ, ਮੈਂ ਜਸਜੀਤ ਬਾਵਾ ਜੀ ਬੋਲ ਰਹੇ, ਮੈਂ ਕਹਾਂ ਹਾਂਜੀ, ਔਰ ਉਹ ਕਹਿਣਗੇ ਸਰ ਜੀ ਮੈਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੈ। ਔਰ ਇਹ ਬੜਾ ਮਜ਼ਾ ਆਉਂਦਾ ਉਸ ਵੇਲੇ, ਔਰ ਸਾਨੂੰ ਬੜੀ ਖੁਸ਼ੀ ਮਿਲਦੀ, ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਪੰਜਾਬ ਇੰਸ਼ੋਰੈਂਸ ਨਾਲ ਜੁੜੇ ਹਾਂ। ਔਰ ਪੰਜਾਬ ਇੰਸ਼ੋਰੈਂਸ ਦਾ ਨਾਮ ਅੱਜ ਇੰਨਾ ਕੁ ਬਣ ਚੁੱਕਾ ਕਿ ਕਲਾਇੰਟ ਸੈਟਿਸਫਾਈਡ ਮਹਿਸੂਸ ਹੁੰਦਾ ਜਦੋਂ ਉਹ ਸਾਨੂੰ ਕਾਲ ਕਰਦਾ ਔਰ ਅਸੀਂ ਉਹਨੂੰ ਇੱਕ ਉਹਦੇ ਮੁਤਾਬਿਕ ਉਹਦੀਆਂ ਨੀਡਸ ਐਨਾਲਿਸਿਸ ਕਰਕੇ ਇੰਸ਼ੋਰੈਂਸ ਜਦੋਂ ਦਿੰਦੇ ਆ ਤਾਂ ਉਹਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੈਨੂੰ ਅੰਡਰਸਟੈਂਡ ਕਰਕੇ ਮੈਨੂੰ ਇੰਸ਼ੋਰੈਂਸ ਦੇ ਰਹੇ ਨੇ। ਬਹੁਤ ਅੱਛੇ ਬਾਬਾ ਜੀ। ਮੈਂ ਤੁਹਾਡੀ ਇੱਕ ਕੈਂਪੇਨ ਜਿਹੜੀ ਪੋਸਟ ਦੇਖ ਰਿਹਾ ਸੀਗਾ, ਜਿਹੜਾ ਕਿ ਤੁਸੀਂ 2 ਦਿਨ ਪਹਿਲਾਂ ਤੁਸੀਂ ਪਾਈ ਸੀਗੀ, ਉਹਦੇ ਵਿੱਚ ਸੀਗਾ ਕਿ ਪੰਜਾਬ ਇੰਸ਼ੋਰੈਂਸ ਜਿਹੜਾ ਆ ਉਹ 4 ਮਹੀਨਿਆਂ ਦੀ ਫ੍ਰੀ ਇੰਸ਼ੋਰੈਂਸ ਦੇ ਰਿਹਾ। ਬਾਬਾ ਜੀ ਮੈਂ ਕੈਨੇਡਾ 'ਚ ਰਹਿੰਦਿਆਂ ਨੂੰ ਮੈਨੂੰ 13 ਸਾਲ ਹੋ ਗਏ, ਅੱਜ ਤੱਕ ਮੈਂ ਕਦੀ ਸੁਣਿਆ ਨਹੀਂ ਕਿ ਕਦੀ ਕੋਈ ਇੰਸ਼ੋਰੈਂਸ ਕੰਪਨੀ 1 ਮਹੀਨੇ ਦੀ ਵੀ ਫ੍ਰੀ ਇੰਸ਼ੋਰੈਂਸ ਦਿੰਦੀ ਹੋਵੇ। ਸੋ ਇਹ ਮੇਰੇ ਲਈ ਇੱਕ ਬਹੁਤ ਵੱਡਾ ਸਵਾਲ ਹੈ ਤੁਹਾਡੇ ਲਈ ਵੀ 4 ਮਹੀਨੇ ਦਾ ਜਿਹੜਾ ਫ੍ਰੀ ਇੰਸ਼ੋਰੈਂਸ ਪ੍ਰੀਮੀਅਮ ਤੁਸੀਂ ਦੇ ਰਹੇ ਹੋ ਉਹ ਕੀ ਹੈ ਬਾਬਾ ਜੀ? ਬਹੁਤ ਵਧੀਆ ਦੀਪਕ ਜੀ, ਤੁਸੀਂ ਬੜਾ ਵਧੀਆ ਟੌਪਿਕ ਟੱਚ ਕਰ ਲਿਆ। ਗੱਲ ਇਹ ਹੈ ਜੀ ਕਿ ਇਹ ਇੱਕ ਸਾਨੂੰ ਵੀ ਬੜਾ ਮਾਣ ਦੀ ਗੱਲ ਹੈ ਇਸ ਵੇਲੇ ਕਿ ਕੈਨੇਡਾ ਦੀ ਇੱਕ ਬੜੀ ਨਾਮੀ ਕੰਪਨੀ ਹੈ ਇੰਸ਼ੋਰੈਂਸ ਦੇ ਵਿੱਚ, ਕੈਨੇਡਾ ਲਾਈਫ। ਬਿਲਕੁਲ ਜੀ। 1847 ਦੀ ਇਹ ਐਸਟੈਬਲਿਸ਼ਡ ਹੈ। 70 ਸਾਲ ਹੋ ਗਏ ਜੀ। 170 ਸਾਲ ਸੌਰੀ। ਹਾਂਜੀ। ਔਰ ਇਹ ਉਦੋਂ ਦੀ ਇਹ ਕੰਪਨੀ ਹੈ ਔਰ ਉਹਨਾਂ ਨੇ ਇਸ ਜਿਹੜਾ ਪਲਾਨ ਆਫਰ ਕੀਤਾ ਕਿ ਤੁਸੀਂ ਪਹਿਲੇ ਮਹੀਨੇ ਦਾ ਪ੍ਰੀਮੀਅਮ ਪੇ ਕਰਨਾ। ਉਹ ਇਸ ਕਰਕੇ ਕਿ ਤੁਸੀਂ ਪਹਿਲੇ ਮਹੀਨੇ ਦਾ ਪ੍ਰੀਮੀਅਮ ਪੇ ਕਰਦੇ ਹੋ ਤਾਂ ਤੁਹਾਡੀ ਪਾਲਿਸੀ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ। ਬਿਲਕੁਲ ਜੀ। ਉਸ ਤੋਂ ਬਾਅਦ 4 ਮਹੀਨੇ ਤੁਸੀਂ ਕੋਈ ਪ੍ਰੀਮੀਅਮ ਨਹੀਂ ਪੇ ਕਰਨਾ। ਬਿਲਕੁਲ ਜੀ। ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਵੀ ਤੁਸੀਂ 13 ਸਾਲ ਤੋਂ ਨਹੀਂ ਸੁਣਿਆ, ਕਿਸੇ ਨੇ ਵੀ ਨਹੀਂ ਸੁਣਿਆ ਕਦੀ। ਇਹ ਹੋਇਆ ਹੀ ਨਹੀਂ ਕਦੀ ਅੱਜ। ਮੈਂ 15 ਕਦੀ ਇਦਾਂ ਨਹੀਂ ਹੋਇਆ ਕਿ ਮੈਨੂੰ ਕਿਸੇ ਇੰਸ਼ੋਰੈਂਸ ਕੰਪਨੀ ਦੇ ਮੈਂ ਖੁਦ ਇੰਸ਼ੋਰੈਂਸ ਪੇ ਕਰ ਰਿਹਾ 15 ਦਿਨ ਦਾ ਵੀ ਮੈਨੂੰ ਪ੍ਰੀਮੀਅਮ ਜਿਹੜਾ ਆਫ ਕੀਤਾ ਹੋਵੇ। ਤੁਹਾਨੂੰ ਇੱਕ ਮੈਂ ਹੋਰ ਸਿਨੈਰੀਓ ਦੱਸਣ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਕੰਮ ਕਰਦੀਆਂ ਨੇ, ਅਸੀਂ 1 ਮਹੀਨੇ ਦਾ ਪ੍ਰੀਮੀਅਮ ਐਡਵਾਂਸ ਪੇ ਕਰਦੇ ਹਾਂ ਤੇ 1 ਮਹੀਨੇ ਦਾ ਜਿਹੜਾ ਕਰੰਟ ਪ੍ਰੀਮੀਅਮ ਹੁੰਦਾ ਉਹ ਪੇ ਕੀਤਾ ਜਾਂਦਾ। ਬਿਲਕੁਲ ਜੀ। ਜਦੋਂ ਵੀ ਕਦੀ 2 ਮਹੀਨੇ ਦਾ ਪ੍ਰੀਮੀਅਮ ਅਸੀਂ ਨਹੀਂ ਪੇ ਕਰਦੇ, ਬਿਲਕੁਲ ਜੀ, ਤਾਂ ਪਾਲਿਸੀ ਜਿਹੜੀ ਉਹ ਲੈਪਸ ਹੋ ਜਾਂਦੀ ਹੈ। ਬਿਲਕੁਲ ਜੀ। ਔਰ ਉਸ ਤੋਂ ਬਾਅਦ ਕੀ ਹੁੰਦਾ, ਪਾਲਿਸੀ ਨੂੰ ਦੁਬਾਰਾ ਰੀਇਨਸਟੇਟ ਕਰਾਉਣਾ ਪੈਂਦਾ ਔਰ ਉਹ ਵੀ ਬੜੀ ਮਿਹਨਤ ਦੇ ਨਾਲ। ਬਿਲਕੁਲ ਜੀ। ਕੰਪਨੀ ਨੂੰ ਦੁਬਾਰਾ ਸਵਾਲ ਜਵਾਬ ਕਰਨੇ ਪੈਂਦੇ, ਤੁਹਾਡੇ ਹੈਲਥ ਕੰਡੀਸ਼ਨਸ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ, ਕਈ ਤਰ੍ਹਾਂ ਦੇ ਮਸਲੇ ਉਹਦੇ ਵਿੱਚ ਕਾਊਂਟ ਹੋ ਜਾਂਦੇ ਆ। ਬਿਲਕੁਲ ਜੀ। ਔਰ ਇਹ ਇੱਕ ਹਿਸਾਬ ਲਾ ਲਓ ਕਿ ਤੁਸੀਂ 4 ਮਹੀਨੇ ਦਾ ਪ੍ਰੀਮੀਅਮ ਅੱਧੇ ਸਾਲ ਦੇ ਨੇੜੇ ਤੇੜੇ ਪਹੁੰਚ ਜਾਂਦੇ ਆਪਾਂ। ਬਿਲਕੁਲ ਜੀ। ਔਰ ਇਹ ਇੱਕ ਮਾਇਨੇ ਰੱਖਦੀ ਹੈ ਗੱਲ ਕਿ ਔਰ ਅੱਛਾ ਇਹਦਾ ਇੱਕ ਹੋਰ ਵੀ ਕਾਰਨ ਹੈ, ਇਹ ਕਿਉਂ ਕੀਤਾ ਗਿਆ, ਇਹਦਾ ਸਵਾਲ ਹੈ, ਇੱਕ ਸਵਾਲ ਬਣਦਾ। ਬਿਲਕੁਲ। ਇਹ ਕੰਪਨੀ ਨੇ ਕਿਉਂ ਆਫਰ ਕੀਤੀ ਹੈ? ਬਿਲਕੁਲ ਜੀ। ਇਹ ਕੰਪਨੀ ਨੇ ਆਫਰ ਕੀਤੀ ਹੈ ਜੀ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ, ਲੋਕਾਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਇਸ ਵੇਲੇ ਜਿਹੜੇ ਕ੍ਰਾਈਸਿਸ ਚੱਲ ਰਹੇ ਨੇ, ਕਿਤੇ ਲੋਕ ਇਸ ਕਰਕੇ ਨਾ ਪਰਹੇਜ਼ ਕਰ ਜਾਣ ਕਿ ਯਾਰ ਮੇਰੇ ਕੋਲ ਪੈਸੇ ਨਹੀਂ ਹੈਗੇ ਜਾਂ ਮੈਂ ਆਉਣ ਵਾਲੇ 4 ਮਹੀਨੇ 'ਚ ਪੈਸੇ ਪ੍ਰੀਮੀਅਮ ਕਿੱਥੋਂ ਪੇ ਕਰਾਂਗਾ। ਤੇ ਕੰਪਨੀ ਨੇ ਤੁਹਾਡੇ ਸਿਰ ਤੋਂ ਇੱਕ ਬੋਝ ਉਤਾਰਤਾ ਕਿ ਤੂੰ 4 ਮਹੀਨੇ ਕੋਈ ਪ੍ਰੀਮੀਅਮ ਪੇ ਹੀ ਨਹੀਂ ਕਰਨਾ। ਕਾਈਂਡ ਆਫ ਫਾਈਨੈਂਸ਼ੀਅਲ ਰਿਲੀਫ ਹੋ ਗਿਆ ਜਿਹੜਾ ਤੁਸੀਂ ਆਪਣੇ ਜੀ ਕਲਾਇੰਟਸ ਨੂੰ ਦੇ ਰਹੇ ਹੋ। ਬਿਲਕੁਲ। ਸੋ ਇਹਨੂੰ ਸਾਰੇ 4 ਮਹੀਨਿਆਂ ਦਾ ਜਿਹੜਾ ਪ੍ਰੀਮੀਅਮ ਤੋਂ ਛੂਟ ਲੈਣ ਲਈ ਕੀ ਗਾਈਡਲਾਈਨਸ ਨੇ? ਅਗਰ ਸਰੋਤਾ ਸਾਡੇ ਕੋਈ ਸਰੋਤੇ ਲੈਣਾ ਚਾਹੁੰਦੇ ਨੇ, ਉਹ ਕੀ ਉਹਦਾ ਪ੍ਰੋਸੀਜਰ ਹੈ? ਕੁਛ ਨਹੀਂ ਜੀ, ਬੜਾ ਸਿੰਪਲ ਪ੍ਰੋਸੀਜਰ ਹੈ। ਐਜ਼ ਇਟ ਇਜ਼ ਜਿਸ ਤਰ੍ਹਾਂ ਤੁਸੀਂ ਲਾਈਫ ਇੰਸ਼ੋਰੈਂਸ ਬਾਏ ਕਰਦੇ ਹੋ, ਇਹ ਉਸੇ ਤਰ੍ਹਾਂ ਹੀ ਇਹ ਕੰਮ ਕਰਦੀ ਹੈ। ਤੁਸੀਂ ਆਪਣੀ ਐਪਲੀਕੇਸ਼ਨ ਭਰਨੀ ਹੈ, ਤੁਸੀਂ ਪਹਿਲੇ ਮਹੀਨੇ ਦਾ ਪ੍ਰੀਮੀਅਮ ਪੇ ਕਰਨਾ, ਉਸ ਤੋਂ ਬਾਅਦ 4 ਮਹੀਨੇ ਦਾ ਪ੍ਰੀਮੀਅਮ ਤੁਹਾਡਾ ਵੇਵ ਆਫ ਹੈ, ਨਾਟ ਡੈਫਰਡ। ਠੀਕ ਹੈ। ਮੈਂ ਕਲੈਰੀਫਾਈ ਕਰਨ ਜਾ ਰਿਹਾ, ਇਹਦਾ ਮਤਲਬ ਇਹ ਨਹੀਂ ਕਿ 4 ਮਹੀਨੇ ਦਾ ਤੁਸੀਂ ਪ੍ਰੀਮੀਅਮ ਪੇ ਨਹੀਂ ਕਰਨਾ, ਬਾਅਦ ਮੁੜ ਕੇ ਕੰਪਨੀ ਨੇ ਮੰਗ ਲੈਣਾ। ਨੋ, ਇਹ 4 ਮਹੀਨੇ ਦਾ ਪ੍ਰੀਮੀਅਮ ਵੇਵਡ ਆਫ ਹੈ। ਔਰ ਤੁਸੀਂ ਐਜ਼ ਇਟ ਇਜ਼ ਜਿੱਦਾਂ ਬਾਕੀ ਐਪਲੀਕੇਸ਼ਨ ਭਰਦੇ ਉਦਾਂ ਹੀ ਹੈ, ਪਰ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੈਗੀ ਕਿ ਇਹਨਾਂ ਦੇ ਲਿਮਿਟਿਡ ਪ੍ਰੋਡਕਟਸ ਨੇ
ਬਿਲਕੁਲ ਜੀ। ਲਿਮਟਿਡ ਪ੍ਰੋਡਕਟਸ ਨੇ ਔਰ ਲਿਮਟਿਡ ਟਾਈਮ ਆਫਰ ਹੈ। ਇਹ ਵੀ ਇੱਕ ਮੈਂ ਬੜੀ ਇੰਪੋਰਟੈਂਟ ਗੱਲ ਦੱਸਣ ਜਾ ਰਿਹਾ। 1 ਦਸੰਬਰ 2020 ਤੱਕ ਇਹ ਪਲਾਨ ਹੈਗਾ, ਉਸ ਤੋਂ ਬਾਅਦ ਇਹ ਨਹੀਂ ਮਿਲੇਗਾ। ਬਿਲਕੁਲ ਜੀ। ਔਰ ਇਹ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਆ, ਇਸ ਟਾਈਮ ਦਾ ਲਾਹਾ ਉਠਾਓ, ਇਸ ਪਾਲਿਸੀ ਦਾ ਲਾਹਾ ਉਠਾਓ ਔਰ ਜਿੰਨੀ ਜਲਦੀ ਹੋ ਸਕਦਾ ਆਪਣੇ ਆਪ ਨੂੰ ਸਿਕਿਉਰ ਕਰੋ, ਆਪਣੇ ਬੱਚਿਆਂ ਦੇ ਭਵਿੱਖ ਨੂੰ ਸਿਕਿਉਰ ਕਰੋ। ਇਹਦੇ ਵਿੱਚ ਇੱਕੋ ਚੀਜ਼ ਹੈ ਕਿ ਇਹ ਟਰਮ ਇੰਸ਼ੋਰੈਂਸ ਦੇ ਉੱਤੇ ਹੀ ਇਹ ਪਲਾਨ ਹੈਗਾ, ਪਰ ਟਰਮ 10 ਦੇ ਉੱਤੇ ਨਹੀਂ ਹੈਗਾ। ਟਰਮ 20, 30 ਐਂਡ 65 ਇਹ 3 ਪਲਾਨ ਨੇ ਜਿਹੜੇ ਇਹ ਕੰਪਨੀ ਨੇ ਤੁਹਾਨੂੰ ਇਹਨਾਂ 'ਚੋਂ ਵੇਵ ਆਫ ਕੀਤਾ ਜੀ। ਸੋ ਜਿਵੇਂ ਤੁਸੀਂ ਬਾਬਾ ਜੀ ਤੋਂ ਸੁਣਿਆ ਕਿ 4 ਮਹੀਨੇ, ਇੱਕ ਨਹੀਂ ਦੋ ਨਹੀਂ, 4 ਮਹੀਨਿਆਂ ਦਾ ਜੋ ਪ੍ਰੀਮੀਅਮ ਹੈ ਉਹ ਵੇਵ ਆਫ ਕੀਤਾ ਜਾ ਰਿਹਾ ਹੈ। ਕੋਵਿਡ-19 ਦੇ ਮੱਦੇਨਜ਼ਰ ਬਹੁਤ ਵੱਡਾ ਰਿਲੀਫ ਹੈ ਲੋਕਾਂ ਦੀ ਜੋ ਫਾਈਨੈਂਸ਼ੀਅਲ ਹਾਲਾਤ ਨੇ ਕੋਵਿਡ-19 ਦਾ ਚੱਲਦਿਆਂ, ਉਹਨਾਂ ਸਾਰਾ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਬਹੁਤ ਹੀ ਵੱਡਾ ਇੱਕ ਐਪਰੀਸ਼ੀਏਸ਼ਨ ਹੈ ਪੰਜਾਬ ਇੰਸ਼ੋਰੈਂਸ ਵੱਲੋਂ। 4 ਮਹੀਨਿਆਂ ਦਾ ਜੋ ਪ੍ਰੀਮੀਅਮ ਹੈ ਉਹ ਇੱਕਦਮ ਵੇਵ ਆਫ ਕੀਤਾ ਜਾ ਰਿਹਾ ਹੈ। ਉਹ ਡੈਫਰ ਪ੍ਰੋਗਰਾਮ ਨਹੀਂ ਹੈ, ਉਹ ਇੱਕਦਮ 4 ਮਹੀਨਿਆਂ ਦਾ ਜਿਹੜਾ ਆ ਪ੍ਰੋਗਰਾਮ ਉਹ ਵੇਵ ਆਫ ਕੀਤਾ ਜਾ ਰਿਹਾ ਹੈ। ਸੋ ਬਾਬਾ ਜੀ ਬਹੁਤ ਹੀ ਵਧੀਆ ਜਾਣਕਾਰੀ ਇਹ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੀ। ਥੋੜਾ ਜਿਹਾ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਸਾਡੇ ਸਰੋਤਿਆਂ ਨਾਲ ਆਪਣਾ ਐਕਸਪੀਰੀਅੰਸ ਥੋੜਾ ਜਿਹਾ ਸ਼ੇਅਰ ਕਰੋ। ਦੀਪਕ ਜੀ, ਲਾਈਫ ਇੰਸ਼ੋਰੈਂਸ ਦੇ ਇੰਡਸਟਰੀ ਦੇ ਵਿੱਚ ਮੇਰੇ ਆਉਣ ਦਾ ਇੱਕ ਕਾਰਨ ਸੀ। ਹਾਂਜੀ। ਮੈਂ ਬੜਾ ਇਸ ਗੱਲ ਨੂੰ ਪ੍ਰਾਊਡ ਫੀਲ ਕਰਦਾ ਕਿ ਵੀ ਇਹ ਮੈਨੂੰ ਲਾਈਫ ਇੰਸ਼ੋਰੈਂਸ ਦੇ ਵਿੱਚ, ਮੈਨੂੰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਕਿਉਂ ਪਿਆ। ਬਿਲਕੁਲ। ਬੇਸਿਕਲੀ ਮੈਂ ਇੱਕ ਟਰੱਕ ਡਰਾਈਵਰ ਸੀ। ਮੈਂ 10 ਸਾਲ ਕੈਨੇਡਾ ਦੇ ਵਿੱਚ ਟਰੱਕ ਚਲਾਇਆ, ਪੂਰੀਆਂ ਸੜਕਾਂ 'ਤੇ। ਬਿਲਕੁਲ ਜੀ। ਗਾਈਆਂ ਕੈਨੇਡਾ ਦੀਆਂ। ਟਰੱਕ ਡਿਊਰਿੰਗ ਟਰੱਕਿੰਗ ਮੇਰਾ ਇੱਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ, ਜਿਹਦੇ ਕਰਕੇ ਮੈਨੂੰ ਆਲਮੋਸਟ 1 ਸਾਲ ਲਈ ਆਊਟ ਆਫ ਇਸ ਬਿਜ਼ਨਸ ਜਾਣਾ ਪਿਆ ਔਰ ਮੈਨੂੰ ਹਸਪੀਟਲਾਈਜ਼ ਹੋਣਾ ਪਿਆ ਕਾਫੀ ਲੰਬੇ ਅਰਸੇ ਲਈ। 7-8 ਮਹੀਨੇ ਤੋਂ ਜ਼ਿਆਦਾ ਮੇਰਾ ਟ੍ਰੀਟਮੈਂਟ ਚੱਲਿਆ। ਇੱਕ ਦਿਨ ਬੈਠੇ ਬੈਠੇ ਮੇਰੇ ਦਿਮਾਗ 'ਚ ਗੱਲ ਆਈ, ਮੈਨੂੰ ਬੜਾ ਵੱਡਾ ਇੱਕ ਪ੍ਰੀਮੀਅਮ ਜਿਹੜਾ ਇੱਕ ਬੈਨੀਫਿਟ ਦਾ ਅਮਾਊਂਟ ਸੀ ਮੈਨੂੰ ਉਹ ਇੰਸ਼ੋਰੈਂਸ ਕੰਪਨੀ ਪੇ ਕਰਦੀ ਸੀ। ਬੈਠੇ ਬੈਠੇ ਇੱਕ ਦਿਨ ਮੇਰੇ ਦਿਮਾਗ 'ਚ ਗੱਲ ਆਈ, ਮੈਂ ਕਿਹਾ ਮਨਾ ਕੀ ਹੁੰਦਾ ਜੇ ਮੇਰੇ ਕੋਲ ਇੰਸ਼ੋਰੈਂਸ ਨਾ ਹੁੰਦੀ ਤਾਂ। ਬਿਲਕੁਲ ਜੀ। ਅੱਜ ਮੈਂ ਆਰਾਮ ਨਾਲ ਘਰ ਬੈਠਾ, $4000 ਪਰ ਮੰਥ ਮੈਨੂੰ 10 ਮਹੀਨੇ ਮਿਲਿਆ ਜੀ। ਤੁਸੀਂ ਅੰਦਾਜ਼ਾ ਲਾਓ ਕਿ 1 ਮਹੀਨਾ ਵੀ ਤੁਹਾਨੂੰ ਇੱਕ ਚੈੱਕ ਨਾ ਆਵੇ ਤੇ ਆਪਣੀ ਲਾਈਫ ਕਿੱਥੇ ਖੜ ਜਾਂਦੀ ਹੈ ਕੈਨੇਡਾ ਦੇ ਵਿੱਚ। ਬਿਲਕੁਲ ਜੀ, 100%। ਤਾਂ ਇਹੀ ਕਾਰਨ ਸੀ ਮੇਰੇ, ਜਦੋਂ ਮੇਰੇ ਦਿਮਾਗ 'ਚ ਗੱਲ ਆਈ ਮੈਂ ਕਿਹਾ ਮਨਾ ਸਾਡੀ ਕਮਿਊਨਿਟੀ ਨੂੰ ਤਾਂ ਖਾਸ ਕਰਕੇ ਪਤਾ ਹੀ ਨਹੀਂ ਇਸ ਚੀਜ਼ ਦੀ ਅਹਿਮੀਅਤ ਦਾ। ਬਿਲਕੁਲ ਜੀ। ਮੇਰੀਆਂ ਆਲਮੋਸਟ ਮੇਰੀਆਂ ਫੈਮਿਲੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਮੈਂ ਉਹ ਨਿਭਾ ਚੁੱਕਾ ਸੀ, ਜਾਂ ਕਹਿ ਲਓ ਕਿ ਮੋਰ ਦੈਨ 80% ਮੈਂ ਨਿਭਾ ਚੁੱਕਾ ਸੀ। ਬਿਲਕੁਲ ਜੀ। ਮੈਂ ਇਹਨੂੰ ਕਿੱਤਾ ਨਹੀਂ ਐਜ਼ ਏ ਜੁਆਇਨ ਕੀਤਾ, ਇਹਨੂੰ ਮੈਂ ਇੰਸ਼ੋਰੈਂਸ ਇੰਡਸਟਰੀ ਨੂੰ ਆਪਣੇ ਆਉਣ ਵਾਲੇ ਟਾਈਮ ਲਈ ਆਪਣੀ ਕਮਿਊਨਿਟੀ ਨੂੰ ਇੱਕ ਸੇਵਾ ਦੇ ਤੌਰ ਤੇ ਮੈਂ ਇਹਨੂੰ ਜੁਆਇਨ ਕੀਤਾ, ਤਾਂ ਕਿ ਮੈਂ ਕਿਸੇ ਨੂੰ ਆਪਣੇ ਫਾਇਦੇ ਵਾਸਤੇ ਇੰਸ਼ੋਰੈਂਸ ਅੱਜ ਤੱਕ ਨਹੀਂ ਕਦੀ ਦਿੱਤੀ। ਮੈਂ ਜਿਹਨੂੰ ਵੀ ਇੰਸ਼ੋਰੈਂਸ ਦਿੰਦਾ ਜਾਂ ਦੱਸਦਾ ਉਹਨੂੰ ਮੈਂ ਉਹਦਾ ਫਾਇਦਾ ਦੇਖ ਕੇ ਇੰਸ਼ੋਰੈਂਸ ਦੇਣ ਦੀ ਕੋਸ਼ਿਸ਼ ਕਰਦਾ। ਵੈਰੀ ਨਾਈਸ। ਔਰ ਇੱਕ ਇਹੀ ਕਾਰਨ ਸੀ ਕਿ ਮੈਂ ਅੱਜ ਸ਼ਹਿਰ ਦੇ ਵਿੱਚ ਇਹ ਮੈਂ ਹੱਥ ਚੁੱਕ ਕੇ ਕਹਿ ਸਕਦਾ ਕਿ ਮੈਂ ਕਦੀ ਕਿਸੇ ਦਾ ਅੱਜ ਤੱਕ ਮਾੜਾ ਨਹੀਂ ਕੀਤਾ, ਕਿਸੇ ਨੂੰ ਮਾੜੀ ਸਲਾਹ ਨਹੀਂ ਦਿੱਤੀ, ਜਾਂ ਆਪਣੇ ਫਾਇਦੇ ਪਿੱਛੇ ਕਦੀ ਕਿਸੇ ਦਾ ਨੁਕਸਾਨ ਨਹੀਂ ਕਦੀ ਕੀਤਾ। ਵੈਰੀ ਨਾਈਸ। ਸੋ ਇਹ ਸਾਡੇ ਨਾਲ ਜੁੜੇ ਹੋਏ ਅੱਜ ਪੰਜਾਬ ਇੰਸ਼ੋਰੈਂਸ ਤੋਂ ਐਡਮਿੰਟਨ ਦੇ ਸੀਨੀਅਰ ਮੈਨੇਜਰ ਜਸਜੀਤ ਬਾਵਾ ਜੀ, ਜਿਨ੍ਹਾਂ ਨੇ ਤੁਹਾਨੂੰ ਇੰਸ਼ੋਰੈਂਸ ਬਾਰੇ ਦੱਸਿਆ ਹੈ। ਔਰ ਇੰਸ਼ੋਰੈਂਸ ਜੋ ਹੈ ਅੱਜ ਦੀ ਇੱਕ ਐਸੈਂਸ਼ੀਅਲ ਨੀਡ ਬਣ ਚੁੱਕੀ ਹੈ। ਜਿਵੇਂ ਬਾਬਾ ਜੀ ਨੇ ਦੱਸਿਆ ਕਿ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ, ਔਰ ਇੰਸ਼ੋਰੈਂਸ ਜਿਹੜੀ ਆ ਉਹ ਅੱਜ ਦੀ ਡੇਟ ਦੇ ਵਿੱਚ ਹੋਣਾ ਇੱਕ ਬਹੁਤ ਵੱਡੀ ਸਾਡੇ ਪਰਿਵਾਰ ਲਈ ਬਹੁਤ ਵੱਡੀ ਹੈਲਪਫੁਲ ਚੀਜ਼ ਹੈ। ਸੋ ਬਾਬਾ ਜੀ ਇੱਕ ਵਾਰੀ ਸਾਡੇ ਸਰੋਤਿਆਂ ਨੂੰ ਫਿਰ ਆਪਣਾ ਨੰਬਰ ਮੈਂਸ਼ਨ ਕਰ ਦਿਓ, ਕਿਸੇ ਦਾ ਕੋਈ ਸਵਾਲ ਹੈ, ਕੋਈ ਇਨਕੁਆਇਰੀ ਹੈ, ਜਿਹੜਾ ਉਹ ਤੁਹਾਡੇ ਆਫਿਸ ਦੇ ਨੰਬਰ ਤੇ ਫੋਨ ਕਰਕੇ ਡਾਇਰੈਕਟਲੀ ਤੁਹਾਡੇ ਨਾਲ ਗੱਲਬਾਤ ਕਰ ਸਕਣ। ਜੀ ਦੀਪਕ ਜੀ, ਮੇਰਾ ਫੋਨ ਨੰਬਰ ਹੈ 780 266 61 61 7802666161। ਸਾਡਾ ਆਫਿਸ ਦਾ ਐਡਰੈਸ ਹੈ 9130 34 A ਐਵੀਨਿਊ ਨਾਰਥ ਵੈਸਟ ਐਡਮਿੰਟਨ ਅਲਬਰਟਾ। ਪਰ ਸਾਡੀ ਇੱਕ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਜਿਹੜੇ ਵੀ ਸੁਣ ਰਹੇ ਨੇ, ਦੇਖ ਰਹੇ ਨੇ, ਕਿ ਸਾਡੇ ਆਫਿਸ 'ਚ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ, ਅਪਾਇੰਟਮੈਂਟ ਲੈ ਕੇ ਜ਼ਰੂਰ ਆਓ, ਤਾਂ ਕਿ ਤੁਹਾਨੂੰ ਇੱਥੇ ਆ ਕੇ ਇੰਤਜ਼ਾਰ ਨਾ ਕਰਨਾ ਪਵੇ। ਖਾਸ ਕਰਕੇ ਆਈਸੋਲੇਸ਼ਨ ਦਾ ਧਿਆਨ ਰੱਖਦੇ ਹੋਏ ਅਸੀਂ ਇੱਥੇ ਕਰਾਊਡ ਬਿਲਕੁਲ ਨਹੀਂ ਹੋਣ ਦੇਣਾ ਚਾਹੁੰਦੇ। ਬਿਲਕੁਲ ਜੀ। ਤੁਸੀਂ ਜਦੋਂ ਆਫਿਸ ਆਣਾ ਤੁਹਾਡੇ ਕੋਲ ਮਾਸਕ ਜ਼ਰੂਰ ਪਾਇਆ ਹੋਵੇ, ਔਰ ਆਉਂਦਿਆਂ ਸਾਰ ਤੁਸੀਂ ਸਾਡੇ ਆਫਿਸ ਦੇ ਫਰੰਟ ਡੈਸਕ ਦੇ ਉੱਤੇ ਆਪਣੇ ਹੈਂਡ ਸੈਨੀਟਾਈਜ਼ਰ ਪਏ ਨੇ, ਹੈਂਡ ਸੈਨੀਟਾਈਜ਼ ਜ਼ਰੂਰ ਕਰੋ ਆਉਂਦਿਆਂ ਸਾਰ ਵੀ ਤੇ ਜਾਣ ਲੱਗਿਆਂ ਵੀ। ਔਰ
ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਬਿਕੋਜ਼ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਸਾਨੂੰ ਕੋਵਿਡ ਦੇ ਦੌਰਾਨ ਕੋਵਿਡ ਦੇ ਇਲਾਜ ਤੱਕ ਦੀ ਨੌਬਤ ਨਾ ਆਵੇ, ਇਲਾਜ ਤੋਂ ਪਹਿਲਾਂ ਆਪਾਂ ਪਰਹੇਜ਼ ਕਰੀਏ, ਉਹ ਸਭ ਤੋਂ ਬੈਸਟ ਹੈ। ਬਿਲਕੁਲ ਬਾਬਾ ਜੀ। ਸੋ ਅਖੀਰ ਦੇ ਵਿੱਚ ਮੈਂ ਇੱਕ ਆਪਣੇ ਸਰੋਤਿਆਂ ਨੂੰ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਜੋ 4 ਮਹੀਨਿਆਂ ਦਾ ਜੋ ਪ੍ਰੋਗਰਾਮ ਹੈ, ਜੋ ਪ੍ਰੀਮੀਅਮ ਵੇਵ ਆਫ ਕੀਤਾ ਜਾ ਰਿਹਾ ਹੈ ਪੰਜਾਬ ਇੰਸ਼ੋਰੈਂਸ ਇਹਨਾਂ ਵੱਲੋਂ, ਉਹ ਦਸੰਬਰ 1 ਜੋ ਉਸ ਦੀ ਲਾਸਟ ਡੇਟ ਹੈ। ਜੇ ਕੋਈ ਇਸ ਪ੍ਰੋਗਰਾਮ ਦੇ ਤਹਿਤ ਲੈਣਾ ਚਾਹੁੰਦੇ ਨੇ, 4 ਮਹੀਨਿਆਂ ਦਾ ਪ੍ਰੀਮੀਅਮ ਜੋ ਵੇਵ ਆਫ ਕਰਵਾਉਣਾ ਚਾਹੁੰਦੇ ਨੇ, ਉਸ ਦੀ ਜੋ ਡੈਡਲਾਈਨ ਹੈ ਬਾਬਾ ਜੀ 1 ਦਸੰਬਰ ਆਈ ਗਿਆ। ਬਿਲਕੁਲ ਜੀ, ਬਿਲਕੁਲ। ਹਾਂਜੀ। ਸੋ ਟਾਈਮਸ ਆਫ ਏਸ਼ੀਆ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ। ਧੰਨਵਾਦ ਦੀਪਕ ਜੀ, ਧੰਨਵਾਦ ਸਾਰੇ ਹੀ ਸਰੋਤਿਆਂ ਦਾ ਜਿਹੜੇ ਇਸ ਵੇਲੇ ਟਾਈਮਸ ਆਫ ਏਸ਼ੀਆ ਨੂੰ ਦੇਖ ਰਹੇ ਨੇ, ਸੁਣ ਰਹੇ ਨੇ। ਔਰ ਮੈਂ ਆਸ ਕਰਦਾ ਹਾਂ ਕਿ ਅਸੀਂ ਜਿਹੜੀ ਵੀ ਤੁਹਾਨੂੰ ਅਸੀਂ ਅਵੇਅਰਨੈਸ ਦਿੰਦੇ ਹਾਂ, ਅਕਸਰ ਦਿੰਦੇ ਰਹਿੰਦੇ ਹਾਂ, ਕੋਈ ਕਮੀ ਪੇਸ਼ੀ ਰਹਿ ਜਾਂਦੀ ਹੋਵੇ ਅਸੀਂ ਮਾਫੀ ਦੇ ਜਾਚਕ ਵੀ ਹਾਂ, ਪਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਹਰ ਜ਼ਰੂਰੀ ਜਿਹੜੀ ਹੈ ਉਹ ਇਨਫੋਰਮੇਸ਼ਨ ਪਹੁੰਚਾਈ ਜਾਏ। ਥੈਂਕ ਯੂ ਸੋ ਮਚ। ਬਹੁਤ ਮਿਹਰਬਾਨੀ, ਸਾਰਿਆਂ ਦਾ ਰੱਬ ਰਾਖਾ।